बीटीवी देख रहे ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਿਮਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਅਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ। ਇੰਟੈਲ ਬਾਰੇ ਜਾਣਕਾਰੀ ਦੇਣ ਤੋਂ ਬਾਅਦ ਐਨਟੀਪੀ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ 'ਚ ਕਤਲ ਮਾਮਲੇ 'ਚ ਭਾਰਤ ਸਰਕਾਰ ਖਿਲਾਫ ਸਪਸ਼ਟ ਸਬੂਤ ਮੌਜੂਦ ਹਨ। ਵਿਦੇਸ਼ੀ ਦਖਲਅੰਦਾਜ਼ੀ ਦੇ ਡਰ ਦੇ ਵਿਚਕਾਰ ਕੈਨੇਡਾ ਨੇ ਚੇਤਾਵਨੀ ਦਿੱਤੀ ਕਿ ਕੁਝ ਰਾਜ ਨਿਯਮਾਂ ਨੂੰ ਮੋੜਨ ਦੀ ਕਰ ਰਹੇ ਹਨ ਕੋਸ਼ਿਸ਼। ਕੈਨੇਡਾ ਹਾਊਸ ਸਪੀਕਰ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ। ਸਾਰੀਆਂ ਪਾਰਟੀਆਂ ਵੱਲੋਂ ਐਂਥਨੀ ਰੋਟਾ ਦੇ ਅਸਤੀਫੇ ਦੀ ਕੀਤੀ ਗਈ ਸੀ ਮੰਗ। ਮਸ਼ਹੂਰ ਕਾਮੇਡੀਅਨ ਰਸਲ ਬ੍ਰਾਂਡ ਖਿਲਾਫ ਜਿਨਸੀ ਅਪਰਾਧਾਂ ਦੇ ਇਲਜ਼ਾਮਾਂ ਨੂੰ ਲੈ ਕੇ ਕਾਰਵਾਈ ਸ਼ੁਰੂ, ਯੂਕੇ ਪੁਲਿਸ ਨੇ ਦਿੱਤੀ ਜਾਣਕਾਰੀ। ਹੁਣ ਖਬਰਾਂ ਵਿਸਥਾਰ ਨਾਲ। ਫੈਡਰਲ ਐਨਡੀਪੀ ਆਗੂ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਦੋਸ਼ਾਂ ਬਾਰੇ ਇੱਕ ਖੂਫੀਆ ਜਾਣਕਾਰੀ ਮਿਲੀ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਸਿੱਖ ਆਗੂ ਦੀ ਹੱਤਿਆ ਪਿੱਛੇ ਭਾਰਤ ਸਰਕਾਰ ਦਾ ਹੱਥ ਹੋ ਸਕਦਾ ਹੈ। ਜਗਮੀਤ ਸਿੰਘ ਦਾ ਕਹਿਣਾ ਹੈ ਕਿ ਹੋਰ ਜਾਣਕਾਰੀ ਲੈਣ ਤੋਂ ਬਾਅਦ ਉਹ ਪੁਸ਼ਟੀ ਕਰ ਸਕਦੇ ਹਨ ਕਿ ਭਾਰਤ ਦੀ ਸ਼ਮੂਲੀਅਤ ਦੇ ਸਪਸ਼ਟ ਸਬੂਤ ਮੌਜੂਦ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਾਊਸ ਆਫ ਕਾਮਨਸ ਨੂੰ ਭਰੋਸੇਯੋਗ ਦੋਸ਼ਾਂ ਬਾਰੇ ਦੱਸਣ ਤੋਂ ਬਾਅਦ ਉਸ ਨੂੰ ਬਰੀਫਿੰਗ ਦੇ ਦਿਨਾਂ ਵਿੱਚ ਜਾਣਕਾਰੀ ਮਿਲੀ, ਜਿਸ ਨੂੰ ਭਾਰਤ ਨੇ ਦੋਵਾਂ ਦੇਸ਼ਾਂ ਦਰਮਿਆਨ ਵੱਧਦੇ ਤਣਾਅ ਦੇ ਵਿਚਕਾਰ ਇਨਕਾਰ ਕੀਤਾ ਹੈ। ਜਗਮੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਸਾਬਕਾ ਵਿਸ਼ੇਸ਼ ਰਿਪੋਰਟਰ ਡੇਵਿਡ ਜੌਨਸਟਨ ਦੁਆਰਾ ਤਿਆਰ ਵਿਦੇਸ਼ੀ ਦਖਲਅੰਦਾਜ਼ੀ ਸਮੱਗਰੀ ਦੀ ਸਮੀਖਿਆ ਕਰਨ ਲਈ ਪ੍ਰਾਪਤ ਸੁਰੱਖਿਆ ਮਨਜ਼ੂਰੀ ਦੇ ਕਾਰਨ ਬਰੀਫਿੰਗ ਲਈ ਬੇਨਤੀ ਕਰਨ ਦੇ ਯੋਗ ਸੀ। ਉਹਨਾਂ ਦਾ ਕਹਿਣਾ ਹੈ ਕਿ ਟਰੂਡੋ ਨੇ ਦੋਸ਼ਾਂ ਨੂੰ ਜਨਤਕ ਤੌਰ ਤੇ ਸਾਂਝਾ ਕਰਨ ਤੋਂ ਪਹਿਲਾਂ ਉਸ ਨੂੰ ਅਤੇ ਕੰਜ਼ਰਵੇਟਿਵ ਆਗੂ ਪੀਅਰ ਪੋਇਲੀਐਵ ਨੂੰ ਦੱਸਿਆ ਸੀ। ਸਿੰਘ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਨੂੰ 3 ਦਿਨ ਬਾਅਦ ਟਰੂਡੋ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੋਡੀ ਥੋਮਸ ਤੋਂ ਇਸ ਮਾਮਲੇ ਬਾਰੇ ਬਰੀਫਿੰਗ ਮਿਲੀ। ਜੂਨ ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਨੂੰ ਲੈ ਕੇ ਕੈਨੇਡਾ ਅਤੇ ਭਾਰਤ ਦਰਮਿਆਨ ਕੂਟਨੀਤਿਕ ਸੰਬੰਧਾਂ ਵਿੱਚ ਤਲਖੀ ਬਣੀ ਹੋਈ ਹੈ। ਕੈਨੇਡਾ ਨੇ 78ਵੀਂ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਆਪਣੇ ਸੰਬੋਧਨ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦਾ ਮੁੱਦਾ ਉਠਾਇਆ। ਯੂਐਨ ਵਿੱਚ ਕੈਨੇਡਾ ਦੇ ਰਾਜਦੂਤ ਬੌਬ ਰॉय ਨੇ ਲੰਘੇ ਮੰਗਲਵਾਰ ਨੂੰ ਜਨਰਲ ਅਸੈਂਬਲੀ ਵਿੱਚ ਆਜ਼ਾਦ ਅਤੇ ਜਮਹੂਰੀ ਸਮਾਜਾਂ ਦੀਆਂ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣ ਦੀ ਲੋੜ ਬਾਰੇ ਗੱਲ ਕੀਤੀ, ਕਿਉਂਕਿ ਨਿਯਮ ਆਧਾਰਿਤ ਅੰਤਰਰਾਸ਼ਟਰੀ ਵਿਵਸਥਾ ਲੰਬੇ ਸਮੇਂ ਤੋਂ ਚੱਲ ਰਹੇ ਨਿਯਮਾਂ ਨੂੰ ਚੁਣੌਤੀ ਦੇਣ ਵਾਲੇ ਦੇਸ਼ਾਂ ਤੋਂ ਵੱਡੇ ਖਤਰਿਆਂ ਦਾ ਸਾਹਮਣਾ ਕਰ ਰਹੀ ਹੈ। ਰॉय ਨੇ ਕਿਹਾ ਕਿ ਅਸੀਂ ਰਾਜਨੀਤਿਕ ਲਾਭ ਲਈ ਰਾਜ ਦਰ ਰਾਜ ਸੰਬੰਧਾਂ ਦੇ ਨਿਯਮਾਂ ਨੂੰ ਨਹੀਂ ਮੋੜ ਸਕਦੇ, ਕਿਉਂਕਿ ਅਸੀਂ ਦੇਖਿਆ ਹੈ ਕਿ ਵਿਦੇਸ਼ੀ ਦਖਲਅੰਦਾਜ਼ੀ ਦੇ ਵੱਖ-ਵੱਖ ਸਾਧਨਾਂ ਦੁਆਰਾ ਲੋਕਤੰਤਰ ਨੂੰ ਕਿਸ ਹੱਦ ਤੱਕ ਖਤਰਾ ਹੈ। ਉਹਨਾਂ ਨੇ ਕਿਹਾ ਕਿ ਸੱਚ ਤਾਂ ਇਹ ਹੈ ਕਿ ਜੇ ਅਸੀਂ ਉਹਨਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਜਿਨ੍ਹਾਂ ਨਾਲ ਅਸੀਂ ਸਹਿਮਤ ਹੋਏ ਹਾਂ, ਤਾਂ ਸਾਡੇ ਖੁੱਲ੍ਹੇ ਅਤੇ ਆਜ਼ਾਦ ਸਮਾਜਾਂ ਦਾ ਤਾਣਾ ਬਾਣਾ ਟੁੱਟ ਸਕਦਾ ਹੈ। ਯੂਐਨ 'ਚ ਮੌਜੂਦ ਕੈਨੇਡੀਅਨ ਰਾਜਦੂਤ ਰॉय ਦਾ ਇਹ ਭਾਸ਼ਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਿਆਨ ਤੋਂ ਇੱਕ ਹਫ਼ਤੇ ਬਾਅਦ ਆਇਆ ਹੈ, ਜਦੋਂ ਕੈਨੇਡਾ ਕੋਲ ਭਰੋਸੇਯੋਗ ਸਬੂਤ ਹਨ ਕਿ ਭਾਰਤ ਸਰਕਾਰ ਦੇ ਏਜੰਟ ਨਿੱਜਰ ਦੇ ਕਤਲ ਨਾਲ ਜੁੜੇ ਹੋ ਸਕਦੇ ਹਨ। ਹਾਲਾਂਕਿ ਭਾਰਤ ਸਰਕਾਰ ਨੇ ਇਹਨਾਂ ਦੋਸ਼ਾਂ ਨੂੰ ਸਖਤੀ ਨਾਲ ਰੱਦ ਕਰ ਦਿੱਤਾ ਹੈ। ਇਸ ਤੋਂ ਕੁਝ ਦਿਨ ਪਹਿਲਾਂ ਭਾਰਤ ਦੇ ਵਿਦੇਸ਼ ਮੰਤਰੀ ਸੁਬਰਮਨਿਅਮ ਜੈਸ਼ੰਕਰ ਨੇ ਵੀ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕੀਤਾ। ਹਾਲਾਂਕਿ ਜੈਸ਼ੰਕਰ ਨੇ ਆਪਣੀ ਸਰਕਾਰ ਦੇ ਖਿਲਾਫ ਦਖਲਅੰਦਾਜ਼ੀ ਦੇ ਦੋਸ਼ਾਂ ਨੂੰ ਸੰਬੋਧਿਤ ਨਹੀਂ ਕੀਤਾ। ਉਸਨੇ ਕਿਹਾ ਉਹ ਦਿਨ ਖਤਮ ਹੋ ਗਏ ਹਨ ਜਦੋਂ ਕੁਝ ਰਾਸ਼ਟਰਾਂ ਨੇ ਏਜੰਡਾ ਤੈਅ ਕੀਤਾ ਅਤੇ ਉਮੀਦ ਕੀਤੀ ਕਿ ਅਸੀਂ ਦੂਸਰੇ ਆਦੇਸ਼ਾਂ ਦੀ ਪਾਲਣਾ ਕਰਾਂਗੇ। ਭਾਰਤ ਅਤੇ ਕੈਨੇਡਾ ਦੋਵਾਂ ਨੇ ਆਪਣੇ ਨਾਗਰਿਕਾਂ ਲਈ ਯਾਤਰਾ ਸਲਾਹ ਜਾਰੀ ਕੀਤੀ ਹੈ। ਭਾਰਤ ਨੇ ਕੈਨੇਡਾ ਨੂੰ ਅੱਤਵਾਦੀਆਂ ਲਈ ਸੁਰੱਖਿਅਤ ਪਨਾਹਗਾਹ ਕਹਿਣ ਤੋਂ ਬਾਅਦ ਕੈਨੇਡੀਅਨਸ ਲਈ ਵੀਜ਼ਾ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਹੈ। ਪਬਲਿਕ ਸੇਫਟੀ ਮੰਤਰੀ ਡੋਮਿਨਿਕ ਲੇਬਲਾਂਕ ਨੇ ਸੁਝਾਅ ਦਿੱਤਾ ਕਿ ਕੈਨੇਡਾ ਵਿੱਚ ਭਾਰਤੀ ਦਖਲਅੰਦਾਜ਼ੀ ਨੂੰ ਵਿਦੇਸ਼ੀ ਦਖਲਅੰਦਾਜ਼ੀ ਬਾਰੇ ਚੱਲ ਰਹੀ ਜਨਤਕ ਜਾਂਚ ਦੇ ਦਾਇਰੇ ਵਿੱਚ ਦੇਖਿਆ ਜਾ ਸਕਦਾ ਹੈ, ਜੋ ਚੀਨੀ ਅਤੇ ਰੂਸੀ ਅਦਾਕਾਰਾਂ ਸਮੇਤ ਹੋਰਨਾਂ ਦੀਆਂ ਕਾਰਵਾਈਆਂ ਦੀ ਵੀ ਜਾਂਚ ਕਰ ਰਿਹਾ ਹੈ। ਆਪਣੇ ਭਾਸ਼ਣ ਦੇ ਅੰਤ ਵਿੱਚ ਰॉय ਨੇ ਯੂਕਰੇਨ ਉੱਤੇ ਰੂਸ ਦੇ ਹਮਲੇ ਨੂੰ ਵੀ ਸੰਬੋਧਿਤ ਕੀਤਾ। ਕਿਹਾ ਕਿ ਹਮਲੇ ਦੀ ਮਨੁੱਖੀ ਕੀਮਤ ਅਚਰਜ ਸੀ ਅਤੇ ਯੁੱਧ ਦੇ ਲਹਿਰ ਪ੍ਰਭਾਵਾਂ ਦੇ ਵਿਰੁੱਧ ਚੇਤਾਵਨੀ ਦਿੱਤੀ ਗਈ ਸੀ। ਉਹਨਾਂ ਨੇ ਕਿਹਾ ਕਿ ਰੂਸ ਨੇ ਕਾਲੇ ਸਾਗਰ ਅਨਾਜ ਪਹਿਲਕਦਮੀ ਨੂੰ ਵੀ ਰੋਕ ਦਿੱਤਾ ਹੈ। ਇਹ ਦੁਨੀਆ ਦੀ ਖੁਰਾਕ ਸਪਲਾਈ ਨੂੰ ਬੰਦਕ ਬਣਾ ਰਿਹਾ ਹੈ। ਇਹ ਦੁਨੀਆ ਦੇ ਹਰ ਇੱਕ ਦੇਸ਼ ਵਿੱਚ ਰਹਿਣ ਦੀ ਕੀਮਤ ਵਧਣ ਦਾ ਕਾਰਨ ਬਣ ਰਿਹਾ ਹੈ। ਇਹ ਦੁਨੀਆ ਭਰ ਦੇ ਦੇਸ਼ਾਂ ਵਿੱਚ ਲੱਖਾਂ ਲੋਕਾਂ ਨੂੰ ਬੇਰੁਜ਼ਗਾਰ ਕਰ ਰਿਹਾ ਹੈ। ਰॉय ਨੇ ਕਿਹਾ ਕਿ ਇਹ ਸਥਿਤੀ ਦੇਸ਼ਾਂ ਨੂੰ ਇੱਕ ਦੂਜੇ ਦੇ ਵਿਰੁੱਧ ਮੋੜ ਰਹੀ ਹੈ। ਸਾਨੂੰ ਇਹ ਮਹਿਸੂਸ ਕਰਨਾ ਹੋਵੇਗਾ ਕਿ ਰੂਸ ਸਾਡੇ ਵਿੱਚੋਂ ਕਿਸੇ ਦੇ ਵੀ ਉੱਤਮ ਹਿੱਤਾਂ ਨੂੰ ਧਿਆਨ ਵਿੱਚ ਨਹੀਂ ਰੱਖਦਾ। ਕੈਨੇਡਾ ਹਾਊਸ ਆਫ ਸਪੀਕਰ ਐਂਥਨੀ ਰੋਟਾ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਇੱਕ ਨਾਜ਼ੀ ਯੂਨਿਟ ਲਈ ਲੜਨ ਵਾਲੇ ਇੱਕ ਵਿਅਕਤੀ ਨੂੰ ਉਸਦੇ ਸੱਦੇ ਅਤੇ ਸਦਨ ਦੁਆਰਾ ਬਾਅਦ ਵਿੱਚ ਮਾਨਤਾ ਦਿੱਤੇ ਜਾਣ ਤੇ ਹਾਊਸ ਆਫ ਕਾਮਨਸ ਦੇ ਸਪੀਕਰ ਵਜੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਰੋਟਾ ਨੇ ਪਾਰਲੀਮੈਂਟ ਹਿੱਲ ਤੇ ਸਾਰੀਆਂ ਪਾਰਟੀਆਂ ਦੇ ਸਦਨ ਦੇ ਨੇਤਾਵਾਂ ਨਾਲ ਮੀਟਿੰਗ ਤੋਂ ਬਾਅਦ ਵੱਖ ਹੋਣ ਦੇ ਆਪਣੇ ਫੈਸਲੇ ਦਾ ਐਲਾਨ ਕੀਤਾ। ਐਂਥਨੀ ਰੋਟਾ ਦਾ ਇਹ ਕਦਮ ਉਸ ਸਮੇਂ ਵਿੱਚ ਆਇਆ ਹੈ ਜਦੋਂ ਸਾਰੇ ਪਾਰਟੀਆਂ ਦੇ ਸੰਸਦ ਮੈਂਬਰਾਂ ਵੱਲੋਂ ਉਸ ਉੱਤੇ ਨਾਜ਼ੀ ਯੂਨਿਟ ਲਈ ਲੜਾਈ ਲੜਨ ਵਾਲੇ ਵਿਅਕਤੀ ਦਾ ਸਨਮਾਨ ਕਰਨ ਅਤੇ ਸਪੀਕਰ ਦੀ ਕੁਰਸੀ ਖਾਲੀ ਕਰਨ ਲਈ ਲਗਾਤਾਰ ਵੱਧ ਰਹੇ ਦਬਾਅ ਦੇ ਦਿਨਾਂ ਵਿੱਚ ਆਇਆ ਹੈ।
ਰੋਟਾ ਦੀ ਰਵਾਨਗੀ ਕੁਝ ਦਿਨਾਂ ਦੇ ਅੰਦਰ ਲਾਗੂ ਹੋ ਜਾਵੇਗੀ ਅਤੇ ਹਾਊਸ ਆਫ ਸਪੀਕਰ ਦੀ ਚੋਣ ਕਰਨ ਲਈ ਇੱਕ ਨਵੀਂ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾਵੇਗਾ, ਜਿਸ ਨਾਲ ਸੰਸਦ ਦੇ ਮੈਂਬਰ ਤੁਰੰਤ ਜੂਝਣ ਵਾਲੇ ਹਨ। ਜਾਣਕਾਰੀ ਮੁਤਾਬਕ ਐਂਥਨੀ ਰੋਟਾ ਦੇ ਇਸ ਫੈਸਲੇ ਤੋਂ ਬਾਅਦ ਚੈਂਬਰ ਵਿੱਚ ਤਾੜੀਆਂ ਦੀ ਗੂੰਜ ਹੋਈ। ਸੀਨੀਅਰ ਲਿਬਰਲ ਕੈਬਨਿਟ ਮੰਤਰੀ ਅਤੇ ਕੰਜ਼ਰਵੇਟਿਵ ਲੀਡਰ ਪੀਅਰ ਪੋਇਲੀਏਵ ਨੇ ਐਨਡੀਪੀ ਅਤੇ ਬਲੋਕ ਕੈਬੈਕੁਆ ਵਿੱਚ ਸ਼ਾਮਲ ਹੋ ਕੇ ਇਹ ਸੰਕੇਤ ਦਿੱਤਾ ਕਿ ਉਹ ਮਹਿਸੂਸ ਕਰਨਗੇ ਕਿ ਰੋਟਾ ਨੇ ਭੂਮਿਕਾ ਵਿੱਚ ਜਾਰੀ ਰਹਿਣ ਲਈ ਲੋੜੀਂਦਾ ਭਰੋਸਾ ਗੁਆ ਦਿੱਤਾ ਹੈ, ਜਿਸ ਕਾਰਨ ਉਹਨਾਂ ਨੇ ਡੂੰਘੀ ਨਮੋਸ਼ੀ ਦਾ ਵਰਣਨ ਕੀਤਾ। ਹਾਲਾਂਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਤੇ ਟਿੱਪਣੀ ਨਹੀਂ ਕੀਤੀ ਕਿ ਉਹਨਾਂ ਨੂੰ ਰੋਟਾ ਤੇ ਅਜੇ ਵੀ ਭਰੋਸਾ ਹੈ। ਟਰੂਡੋ ਨੇ ਸਦਨ ਦੀ ਅੱਗੇ ਜਾਣ ਵਾਲੀ ਮਾਨ ਮਰਿਆਦਾ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ ਬਾਰੇ ਗੱਲ ਕੀਤੀ। ਵਿਦੇਸ਼ ਮਾਮਲਿਆਂ ਦੀ ਮੰਤਰੀ ਮੈਲਨੀ ਚੋਲੀ ਪਹਿਲੀ ਕੈਬਨਿਟ ਮੰਤਰੀ ਸੀ ਜਿਸ ਨੇ ਰੋਟਾ ਨੂੰ ਸਦਨ ਦੇ ਮੈਂਬਰਾਂ ਨੂੰ ਸੁਣਨ ਅਤੇ ਅਹੁਦਾ ਛੱਡਣ ਲਈ ਜਨਤਕ ਤੌਰ ਤੇ ਬੁਲਾਇਆ। ਜ਼ਿਕਰਯੋਗ ਹੈ ਕਿ ਕੈਨੇਡਾ ਦੀ ਪਾਰਲੀਮੈਂਟ ਵਿੱਚ ਸਪੀਕਰ ਦੀ ਜ਼ਿੰਮੇਵਾਰੀ ਵਿਵਸਥਾ ਬਣਾਈ ਰੱਖਣ ਅਤੇ ਮੈਂਬਰਾਂ ਦੇ ਅਧਿਕਾਰਾਂ ਅਤੇ ਵਿਸ਼ੇਸ਼ ਅਧਿਕਾਰਾਂ ਨੂੰ ਬਰਕਰਾਰ ਰੱਖਣ ਲਈ ਹੁੰਦੀ ਹੈ। ਸਪੀਕਰ ਹਾਊਸ ਆਫ ਕਾਮਨਸ ਪ੍ਰਸ਼ਾਸਨ ਦਾ ਮੁਖੀ ਵੀ ਹੁੰਦਾ ਹੈ। ਹਾਊਸ ਆਫ ਕਾਮਨਸ ਪ੍ਰੋਸੀਜਰ ਐਂਡ ਪ੍ਰੈਕਟਿਸ ਦੇ ਨਵੀਨਤਮ ਐਡੀਸ਼ਨ ਦੇ ਅਨੁਸਾਰ ਕਨਫੈਡਰੇਸ਼ਨ ਤੋਂ ਚੁਣੇ ਗਏ 36 ਸਪੀਕਰਾਂ ਵਿੱਚੋਂ ਸਿਰਫ 2 ਹੀ ਮੱਧ ਸੈਸ਼ਨ ਤੋਂ ਚੁਣੇ ਗਏ ਸਨ। 1899 ਵਿੱਚ ਇਹ ਇਸ ਲਈ ਹੋਇਆ ਸੀ ਕਿਉਂਕਿ ਸਪੀਕਰ ਦੀ ਦਫ਼ਤਰ ਵਿੱਚ ਮੌਤ ਹੋ ਗਈ ਸੀ ਅਤੇ ਫਿਰ 1984 ਵਿੱਚ ਸਪੀਕਰ ਬਦਲਣ ਦੀ ਜ਼ਰੂਰਤ ਪੈ ਗਈ ਸੀ ਕਿਉਂਕਿ ਸਪੀਕਰ ਨੇ ਗਵਰਨਰ ਜਨਰਲ ਬਣਨ ਲਈ ਅਸਤੀਫਾ ਦੇ ਦਿੱਤਾ ਸੀ। ਐਂਥਨੀ ਰੋਟਾ ਜੋ ਕਿ ਨਾਰਥ ਓਨਟਾਰੀਓ ਦੀ ਨਿਪਸਿੰਗ ਟਿਮ ਸਕੀਮਿੰਗ ਦੀ ਨੁਮਾਇੰਦਗੀ ਕਰਦੇ ਹਨ ਨੂੰ ਪਹਿਲੀ ਵਾਰ 2019 ਵਿੱਚ ਸਪੀਕਰ ਵਜੋਂ ਚੁਣਿਆ ਗਿਆ ਸੀ। ਰੋਟਾ ਨੂੰ 44ਵੀਂ ਪਾਰਲੀਮੈਂਟ ਦੀ ਸ਼ੁਰੂਆਤ ਵਿੱਚ 22 ਨਵੰਬਰ 2021 ਨੂੰ ਸਦਨ ਦੇ 37ਵੇਂ ਸਪੀਕਰ ਵਜੋਂ ਦੁਬਾਰਾ ਚੁਣਿਆ ਗਿਆ ਸੀ, ਜਿਸ 'ਚ ਰੋਟਾ ਨੇ ਸਹੁੰ ਚੁੱਕੀ ਸੀ ਕਿ ਉਹ ਨਿਰਪੱਖ ਅਤੇ ਸਤਿਕਾਰਯੋਗ ਹੋਣ ਦਾ ਵਾਅਦਾ ਕਰਦੇ ਹੋਏ ਆਪਣੀ ਬਾਕੀ ਦੀ ਜ਼ਿੰਦਗੀ ਲਈ ਸੰਸਦ ਮੈਂਬਰਾਂ ਦੁਆਰਾ ਰੱਖੇ ਭਰੋਸੇ ਦੀ ਕਦਰ ਕਰੇਗਾ। ਅਤੇ ਹੁਣ ਜਦੋਂ ਰੋਟਾ ਨੇ ਅਸਤੀਫਾ ਦੇ ਦਿੱਤਾ ਹੈ, ਇਹ ਇੱਕ ਇਤਿਹਾਸਕ ਅਤੇ ਬਹੁਤ ਹੀ ਦੁਰਲੱਭ ਘਟਨਾ ਹੈ ਜਿਸ ਤੋਂ ਬਾਅਦ ਸਦਨ ਹੁਣ ਰੋਟਾ ਦੀ ਥਾਂ ਤੇ ਨਵੇਂ ਸਪੀਕਰ ਨੂੰ ਚੁਣਨ ਲਈ ਇੱਕ ਗੁਪਤ ਬੈਲਟ ਚੋਣ ਲਈ ਜ਼ੋਰ ਦਿੱਤਾ ਜਾਵੇਗਾ। ਇਹ ਕਦੋਂ ਤੇ ਕਿਵੇਂ ਹੋਵੇਗਾ ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਲੰਘੇ ਮੰਗਲਵਾਰ ਨੂੰ ਜਾਣਕਾਰੀ ਸਾਹਮਣੇ ਆਈ ਕਿ ਪ੍ਰਿੰਸ ਜਾਰਜ BC ਦੇ ਨੇੜੇ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ਤੋਂ ਬਾਅਦ 4 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। BC ਐਮਰਜੈਂਸੀ ਹੈਲਥ ਸਰਵਿਸਿਜ਼ ਨੇ ਇੱਕ ਈਮੇਲ ਵਿੱਚ ਕਿਹਾ ਕਿ 6 ਐਂਬੂਲੈਂਸਾਂ ਨੂੰ ਘਟਨਾ ਸਥਾਨ ਲਈ ਭੇਜਿਆ ਗਿਆ ਸੀ ਅਤੇ ਪੈਰਾਮੈਡਿਕਸ ਨੇ 4 ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ। ਫਿਲਹਾਲ 4 ਦੀ ਸਥਿਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ ਅਤੇ BC EHS ਵੱਲੋਂ ਵੀ ਮੌਤਾਂ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਪ੍ਰਿੰਸ ਜਾਰਜ RCMP ਨੇ ਇੱਕ ਪਹਿਲੇ ਬਿਆਨ ਵਿੱਚ ਕਿਹਾ ਸੀ ਕਿ ਹੈਲੀਕਾਪਟਰ ਪਰਡਨਸਕੀ ਹਿਲ ਦੇ ਨੇੜੇ ਸਵੇਰੇ 7:45 ਦੇ ਕਰੀਬ, ਜਿਸ ਵਿੱਚ ਬਹੁਤ ਸਾਰੇ ਲੋਕ ਬੈਠੇ ਸੀ, ਕ੍ਰੈਸ਼ ਹੋ ਗਿਆ। ਹਾਲਾਂਕਿ ਪ੍ਰਿੰਸ ਜਾਰਜ ਡਿਟੈਚਮੈਂਟ ਦੇ ਬੁਲਾਰੇ ਨੇ ਕਿਹਾ ਕਿ ਪਾਇਲਟ ਅਤੇ ਯਾਤਰੀਆਂ ਦੀ ਸਥਿਤੀਆਂ ਬਾਰੇ ਵੇਰਵੇ ਪ੍ਰਦਾਨ ਕਰਨਾ ਫਿਲਹਾਲ ਬਹੁਤ ਜਲਦਬਾਜ਼ੀ ਹੋਵੇਗੀ। ਉਹਨਾਂ ਨੂੰ ਕਿੰਨੀ ਕੁ ਗੰਭੀਰ ਸੱਟਾਂ ਲੱਗੀਆਂ ਹਨ ਇਸ ਬਾਰੇ ਵੀ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਟੋਰਾਂਟੋ ਅਤੇ ਕੈਲਗਰੀ ਦੇ ਖੇਡ ਪ੍ਰਸ਼ੰਸਕ ਜਲਦੀ ਹੀ ਖੇਡਾਂ ਤੋਂ ਪਹਿਲਾਂ ਜਾਂ ਦੌਰਾਨ ਸਨੈਕਸ ਖਰੀਦਣ ਵੇਲੇ ਲਾਈਨਅਪ ਨੂੰ ਛੱਡਣ ਦੇ ਯੋਗ ਹੋ ਜਾਣਗੇ। ਦਰਅਸਲ ਟੋਰਾਂਟੋ ਵਿੱਚ ਸਕੋਸ਼ੀਆ ਬੈਂਕ ਅਰੇਨਾ ਅਤੇ ਕੈਲਗਰੀ ਵਿੱਚ ਸਕੋਸ਼ੀਆ ਬੈਂਕ ਸੈਡਲ ਡੋਮ ਐਮਾਜ਼ਨ ਦੀ ਟੈਕਨੋਲੋਜੀ ਨੂੰ ਰੋਲ ਆਊਟ ਕਰ ਰਹੇ ਹਨ, ਜਿਸ ਨਾਲ ਸਥਾਨ ਦੇ ਕੁਝ ਸਟੋਰਾਂ ਨੂੰ ਪ੍ਰਸ਼ੰਸਕਾਂ ਨੂੰ ਚੈੱਕਆਊਟ ਮੁਕਤ ਖਰੀਦਦਾਰੀ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ। ਜਸਟ ਵਾਕ ਆਊਟ ਟੈਕਨੋਲੋਜੀ ਲਈ ਪ੍ਰਸ਼ੰਸਕਾਂ ਨੂੰ ਉਹਨਾਂ ਦੇ ਕ੍ਰੈਡਿਟ ਜਾਂ ਡੈਬਿਟ ਕਾਰਡ ਨਾਲ ਸਟੋਰ ਵਿੱਚ ਦਾਖਲਾ ਲੈਣ ਦੀ ਲੋੜ ਹੁੰਦੀ ਹੈ ਅਤੇ ਫਿਰ ਉਹ ਕੀ ਚੁੱਕਦੇ ਹਨ ਅਤੇ ਸਟੋਰ ਸ਼ੈਲਫਾਂ ਤੇ ਵਾਪਸ ਆਉਂਦੇ ਹਨ ਨੂੰ ਟਰੈਕ ਕਰਨ ਲਈ ਕੰਪਿਊਟਰ ਵਿਜ਼ਨ, ਮਸ਼ੀਨ ਲਰਨਿੰਗ ਅਤੇ ਜਨਰੇਟਿਵ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਜਾਂਦੀ ਹੈ। ਜਾਣਕਾਰੀ ਮੁਤਾਬਕ ਜਦੋਂ ਪ੍ਰਸ਼ੰਸਕ ਖਰੀਦਦਾਰੀ ਕਰ ਲੈਂਦੇ ਹਨ ਤਾਂ ਉਹ ਬਸ ਆਪਣੀ ਖਰੀਦਦਾਰੀ ਨੂੰ ਹੱਥ ਵਿੱਚ ਲੈ ਕੇ ਚਲੇ ਜਾਂਦੇ ਹਨ ਅਤੇ ਟੈਕਨੋਲੋਜੀ ਉਹਨਾਂ ਦੁਆਰਾ ਦਾਖਲੇ ਲਈ ਵਰਤੇ ਗਏ ਕਾਰਡ ਤੋਂ ਚਾਰਜ ਕਰਦੀ ਹੈ ਅਤੇ ਉਹਨਾਂ ਨੂੰ ਇੱਕ ਰਸੀਦ ਭੇਜਦੀ ਹੈ। ਇਹ ਟੈਕਨੋਲੋਜੀ 29 ਸਤੰਬਰ ਨੂੰ ਕੈਲਗਰੀ 'ਚ ਸੈਡਲ ਡੋਮ ਵਿਖੇ ਆਪਣੀ ਸ਼ੁਰੂਆਤ ਕਰੇਗੀ, ਜਿੱਥੇ ਮਾਰਕੀਟ 213 ਖਰੀਦਦਾਰਾਂ ਲਈ ਉਪਲਬਧ ਹੋਵੇਗੀ। ਫਿਰ ਇਹ 10 ਅਕਤੂਬਰ ਨੂੰ ਸਕੋਸ਼ੀਆ ਬੈਂਕ ਅਰੇਨਾ ਦੇ 100 ਪੱਧਰ ਦੇ ਅਨਾਜ ਅਤੇ ਗ੍ਰੀਨਸ ਅਤੇ 300 ਪੱਧਰ ਦੇ ਮੌਲਸਨ ਮਾਰਕੀਟ ਵਿੱਚ ਲਾਂਚ ਹੋਵੇਗੀ। ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਕੈਨੇਡਾ ਭਰ ਵਿੱਚ ਕਿਰਾਏ ਦੇ ਮਕਾਨਾਂ ਦੇ ਨਿਰਮਾਣ ਲਈ ਘੱਟ ਲਾਗਤ ਵਾਲੇ ਵਿੱਤ ਵਿੱਚ $20 ਬਿਲੀਅਨ ਹੋਰ ਖੋਲ ਰਹੀ ਹੈ। ਫੈਡਰਲ ਸਰਕਾਰ ਕੋਲ ਆਪਣੇ ਕੈਨੇਡਾ ਮੌਰਗੇਜ ਬੌਂਡ ਪ੍ਰੋਗਰਾਮ ਦੇ $40 ਬਿਲੀਅਨ ਦੀ ਸਾਲਾਨਾ ਸੀਮਾ ਸੀ, ਜੋ ਰਿਹਾਇਸ਼ੀ ਮੌਰਗੇਜ ਫਾਈਨੈਂਸਿੰਗ ਲਈ ਫੰਡ ਇਕੱਠਾ ਕਰਦਾ ਹੈ। ਇਹ ਲਿਮਿਟ $60 ਬਿਲੀਅਨ ਤੱਕ ਵਧਾਈ ਜਾ ਰਹੀ ਹੈ, ਜਿਸ ਬਾਰੇ ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਕਿਰਾਏ ਦੇ ਨਿਰਮਾਣ ਵਿੱਚ ਸਾਲਾਨਾ 30,000 ਯੂਨਿਟ ਵਾਧਾ ਹੋਵੇਗਾ। ਫਰੀਲੈਂਡ ਨੇ ਹਾਊਸਿੰਗ ਮੰਤਰੀ ਸ਼ੌਨ ਫਰੇਜ਼ਰ ਸਮੇਤ ਹੋਰ ਕੈਬਨਿਟ ਮੰਤਰੀਆਂ ਦੇ ਨਾਲ ਇਹ ਐਲਾਨ ਕੀਤਾ। ਲਿਬਰਲਸ ਨੇ ਪਿਛਲੇ ਹਫ਼ਤੇ ਕਿਰਾਏ ਦੇ ਵਿਕਾਸ ਤੇ GST ਚਾਰਜ ਨੂੰ ਖਤਮ ਕਰਨ ਲਈ ਕਾਨੂੰਨ ਵੀ ਪੇਸ਼ ਕੀਤਾ, ਕਿਉਂਕਿ ਓਟਵਾ ਨੇ ਹਾਊਸਿੰਗ ਸਪਲਾਈ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕੀਤਾ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਮਕਸਦ ਨਾਲ ਬਣਾਏ ਕਿਰਾਏ ਦੀ ਘਾਟ ਸਭ ਤੋਂ ਗੰਭੀਰ ਹੈ ਅਤੇ ਦੇਸ਼ ਭਰ ਵਿੱਚ ਰਿਹਾਇਸ਼ ਦੀ ਸਮਰੱਥਾ ਨੂੰ ਘਟਾ ਰਹੀ ਹੈ।
ਸਾਬਕਾ ਕੈਨੇਡੀਅਨ ਫੈਸ਼ਨ ਮੋਗਲ ਪੀਟਰ ਨਾਈਗਾਰਡ ਦੇ ਖਿਲਾਫ ਟੋਰਾਂਟੋ ਜਿੰਸੀ ਸ਼ੋਸ਼ਣ ਦੇ ਕੇਸ ਵਿੱਚ ਬਹਿਸ ਸ਼ੁਰੂ ਹੋਣ ਦੀ ਉਮੀਦ ਹੈ। 82 ਸਾਲਾ ਬਜ਼ੁਰਗ ਪਿਛਲੇ ਹਫ਼ਤੇ ਵੀਲਚੇਅਰ ਤੇ ਅਦਾਲਤ ਵਿੱਚ ਪੇਸ਼ ਹੋਇਆ ਸੀ ਤਾਂ ਜੋ ਜਿੰਸੀ ਹਮਲੇ ਦੇ 5 ਮਾਮਲਿਆਂ ਅਤੇ ਜ਼ਬਰਦਸਤੀ ਕੈਦ ਦੀ ਇੱਕ ਗਿਣਤੀ ਲਈ ਦੋਸ਼ੀ ਨਾ ਹੋਣ ਦੀ ਦਲੀਲ ਦਿੱਤੀ ਜਾ ਸਕੇ। ਨਾਈਗਾਰਡ ਜੋ ਕਿ ਇੱਕ ਹੁਣ ਬੰਦ ਹੋ ਚੁੱਕੀ ਅੰਤਰਰਾਸ਼ਟਰੀ ਔਰਤਾਂ ਦੇ ਕੱਪੜਿਆਂ ਦੀ ਕੰਪਨੀ ਦੇ ਸੰਸਥਾਪਕ ਸੀ, ਉਸ ਉੱਤੇ ਔਰਤਾਂ ਅਤੇ ਕੁੜੀਆਂ ਨੂੰ ਲੁਭਾਉਣ ਲਈ ਫੈਸ਼ਨ ਉਦਯੋਗ ਵਿੱਚ ਆਪਣੀ ਸਥਿਤੀ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਨਾਈਗਾਰਡ ਨੇ 1967 ਵਿੱਚ ਵਿਨੀਪੈਗ ਵਿੱਚ ਨਾਈਗਾਰਡ ਇੰਟਰਨੈਸ਼ਨਲ ਦੀ ਸਥਾਪਨਾ ਕੀਤੀ ਅਤੇ ਸਾਲਾਂ ਤੱਕ ਪੂਰੇ ਸ਼ਹਿਰ ਵਿੱਚ ਨਾਈਗਾਰਡ ਸਟੋਰ ਉਸ ਦੀ ਫੋਟੋਆਂ ਵਿੱਚ ਲਿਪਟੇ ਰਹੇ। ਉਸਨੇ ਫਰਵਰੀ 2020 ਵਿੱਚ ਕੱਪੜਾ ਕੰਪਨੀ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਇਸ ਤੋਂ ਪਹਿਲਾਂ ਕਿ ਇਸਨੇ ਦਿਵਾਲੀਆਪਨ ਵੀ ਦਾਇਰ ਕੀਤਾ ਸੀ। ਜਾਣਕਾਰੀ ਮੁਤਾਬਕ ਨਾਈਗਾਰਡ ਉੱਤੇ ਦਰਜ ਦੋਸ਼ਾਂ ਦੇ ਮੁਕੱਦਮੇ ਦੇ ਲਗਭਗ 7 ਹਫ਼ਤੇ ਚੱਲਣ ਦੀ ਉਮੀਦ ਹੈ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਕੀਲ ਵਾਸ਼ਿੰਗਟਨ ਵਿੱਚ ਉਸਦੇ 2020 ਦੀਆਂ ਚੋਣਾਂ ਵਿੱਚ ਬਦਲਾਵ ਦੇ ਕੇਸ ਵਿੱਚ ਇੱਕ ਮੁਸ਼ਕਲ ਗੈਗ ਆਰਡਰ ਲਈ ਸਰਕਾਰੀ ਵਕੀਲਾਂ ਦੀ ਬੇਨਤੀ ਦੀ ਨਿੰਦਾ ਕਰ ਰਹੇ ਹਨ, ਜਿਸ ਨੂੰ ਟਰੰਪ ਦੇ ਵਕੀਲਾਂ ਨੇ ਉਸਦੇ ਰਾਜਨੀਤਿਕ ਭਾਸ਼ਣ ਨੂੰ ਗੈਰ ਸੰਵਿਧਾਨਕ ਤੌਰ ਤੇ ਚੁੱਪ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ ਹੈ। ਲੰਘੇ ਸੋਮਵਾਰ ਦੇਰ ਰਾਤ ਦਾਇਰ ਕੀਤੇ ਗਏ ਅਦਾਲਤੀ ਕਾਗਜ਼ਾਂ ਵਿੱਚ ਟਰੰਪ ਦੇ ਵਕੀਲਾਂ ਨੇ ਯੂਐਸ ਜ਼ਿਲ੍ਹਾ ਜੱਜ ਤਾਨੀਆ ਚੁਟਕਨ ਨੂੰ ਅਪੀਲ ਕੀਤੀ ਕਿ ਉਹ ਰਿਪਬਲਿਕਨ ਸਾਬਕਾ ਰਾਸ਼ਟਰਪਤੀ ਨੂੰ ਗਵਾਹਾਂ, ਵਕੀਲਾਂ ਅਤੇ ਅਪਰਾਧਿਕ ਕੇਸ ਵਿੱਚ ਸ਼ਾਮਲ ਹੋਰ ਲੋਕਾਂ ਬਾਰੇ ਭੜਕਾਊ ਅਤੇ ਡਰਾਉਣੀਆਂ ਟਿੱਪਣੀਆਂ ਕਰਨ ਤੋਂ ਰੋਕਣ ਦੇ ਪ੍ਰਸਤਾਵ ਨੂੰ ਅਸਵੀਕਾਰ ਕਰਨ। ਟਰੰਪ ਦੇ ਅਟਾਰਨੀ ਨੇ ਬੇਨਤੀ ਨੂੰ ਸੈਂਸਰਸ਼ਿਪ ਤੇ ਹਤਾਸ਼ ਯਤਨ ਕਿਹਾ ਹੈ, ਜੋ ਉਸ ਨੂੰ ਮੁਹਿੰਮ ਦੇ ਮੁਕੱਦਮੇ ਤੇ ਆਪਣੀ ਕਹਾਣੀ ਦਾ ਪੱਖ ਦੱਸਣ ਤੋਂ ਰੋਕਦਾ ਹੈ, ਕਿਉਂਕਿ ਉਹ 2024 ਵਿੱਚ ਵਾਈਟ ਹਾਊਸ ਨੂੰ ਦੁਬਾਰਾ ਹਾਸਲ ਕਰਨ ਲਈ ਚੋਣਾਂ ਦੀ ਰੇਸ ਵਿੱਚ ਸ਼ਾਮਲ ਹੈ। ਡੋਨਾਲਡ ਟਰੰਪ ਦੀ ਕਾਨੂੰਨੀ ਟੀਮ ਨੇ ਲਿਖਿਆ ਕਿ ਪ੍ਰੋਸੀਕਿਊਟਰਸ ਨੂੰ ਰਾਸ਼ਟਰਪਤੀ ਟਰੰਪ ਦੀ ਪੂਰੀ ਤਰ੍ਹਾਂ ਜਾਇਜ਼ ਆਲੋਚਨਾ ਪਸੰਦ ਨਹੀਂ ਹੋ ਸਕਦੀ, ਪਰ ਇਹ ਅਦਾਲਤ ਜਨਤਾ ਦੁਆਰਾ ਸੁਣੀਆਂ ਜਾਣ ਵਾਲੀਆਂ ਗੱਲਾਂ ਲਈ ਫਿਲਟਰ ਨਹੀਂ ਹੈ। ਉਹਨਾਂ ਨੇ ਕਿਹਾ ਕਿ ਜੇਕਰ ਪ੍ਰੋਸੀਕਿਊਟਰਸ ਆਪਣੀ ਸ਼ਕਤੀ ਦੀ ਦੁਰਵਰਤੋਂ ਕਰਨ ਲਈ ਆਲੋਚਨਾ ਤੋਂ ਬਚਣਾ ਚਾਹੁੰਦੇ ਹਨ ਤਾਂ ਹੱਲ ਸਧਾਰਨ ਹੈ, ਆਪਣੀ ਪਾਵਰ ਦੀ ਦੁਰਵਰਤੋਂ ਕਰਨਾ ਬੰਦ ਕਰੋ। ਸੰਵਿਧਾਨ ਕਿਸੇ ਵਿਕਲਪ ਦੀ ਇਜਾਜ਼ਤ ਨਹੀਂ ਦਿੰਦਾ। ਜਾਣਕਾਰੀ ਮੁਤਾਬਕ ਇਸ ਮਹੀਨੇ ਦੇ ਸ਼ੁਰੂ ਵਿੱਚ ਆਰਡਰ ਦੀ ਮੰਗ ਕਰਦੇ ਹੋਏ ਵਿਸ਼ੇਸ਼ ਵਕੀਲ ਜੈਕ ਸਮਿਥ ਦੀ ਟੀਮ ਨੇ ਕਿਹਾ ਹੈ ਕਿ ਇਹ ਕੇਸ ਬਾਰੇ ਟਰੰਪ ਦੁਆਰਾ ਝੂਠੇ ਅਤੇ ਭੜਕਾਊ ਬਿਆਨਾਂ ਦਾ ਇੱਕ ਨਮੂਨਾ ਹੈ ਅਤੇ ਨਾਲ ਹੀ ਉਹਨਾਂ ਲੋਕਾਂ ਨੂੰ ਡਰਾਉਣ ਜਾਂ ਪਰੇਸ਼ਾਨ ਕਰਨ ਲਈ ਟਿੱਪਣੀਆਂ ਦਾ ਇੱਕ ਨਮੂਨਾ ਹੈ ਜੋ ਉਹ ਮੰਨਦਾ ਹੈ ਕਿ ਉਸ ਦੇ ਵਿਰੁੱਧ ਸੰਭਾਵੀ ਗਵਾਹ ਹਨ। ਵਕੀਲਾਂ ਨੇ ਜੱਜ ਨੂੰ ਦੱਸਿਆ ਕਿ ਕੇਸ ਦੀ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਅਤੇ ਸੰਭਾਵੀ ਜੱਜਾਂ ਦੇ ਪੱਖਪਾਤ ਤੋਂ ਬਚਣ ਲਈ ਇੱਕ ਮੁਸ਼ਕਲ ਪਰ ਚੰਗੀ ਤਰ੍ਹਾਂ ਪਰਿਭਾਸ਼ਿਤ ਆਦੇਸ਼ ਜ਼ਰੂਰੀ ਸੀ। ਟਰੰਪ ਦੇ ਵਕੀਲਾਂ ਨੇ ਕਿਹਾ ਕਿ ਸਰਕਾਰੀ ਵਕੀਲਾਂ ਨੇ ਇਹ ਸਾਬਤ ਨਹੀਂ ਕੀਤਾ ਹੈ ਕਿ ਅਜਿਹੇ ਆਦੇਸ਼ ਕਿਉਂ ਜ਼ਰੂਰੀ ਹਨ, ਇਹ ਕਹਿੰਦੇ ਹੋਏ ਕਿ ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੇ ਕਿਸੇ ਵੀ ਸੰਭਾਵੀ ਗਵਾਹ ਨੂੰ ਡਰਾਇਆ ਨਹੀਂ ਹੈ ਅਤੇ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੈ ਕਿ ਉਸ ਦੀਆਂ ਟਿੱਪਣੀਆਂ ਜੂਰੀ ਪੂਲ ਨੂੰ ਦਾਗੀ ਕਰਨਗੀਆਂ। ਟਰੰਪ ਦੇ ਵਕੀਲਾਂ ਨੇ ਵੀ ਜੱਜ ਨੂੰ ਆਪਣੇ ਆਪ ਨੂੰ ਇਸ ਕੇਸ ਤੋਂ ਵੱਖ ਕਰਨ ਲਈ ਕਿਹਾ ਹੈ, ਇਹ ਕਹਿੰਦੇ ਹੋਏ ਕਿ ਉਸਦੇ ਪਿਛਲੇ ਜਨਤਕ ਬਿਆਨਾਂ ਅਤੇ 6 ਜਨਵਰੀ 2021 ਯੂਐਸ ਕੈਪੀਟਲ ਵਿਖੇ ਬਗਾਵਤ ਨਾਲ ਉਸਦੇ ਸੰਬੰਧ ਨਾਲ ਇਹ ਸਵਾਲ ਪੈਦਾ ਕਰਦਾ ਹੈ ਕਿ ਉਹ ਨਿਰਪੱਖ ਹੋ ਸਕਦੀ ਹੈ। ਉੱਥੇ ਸਮਿਥ ਨੇ ਕਿਹਾ ਕਿ ਤਿਆਗ ਲਈ ਇੱਕ ਉੱਚ ਬਾਰ ਹੈ ਅਤੇ ਸਮਿਥ ਦੀ ਟੀਮ ਨੇ ਕਿਹਾ ਕਿ ਜੱਜ ਨੂੰ ਕੇਸ ਤੋਂ ਹਟਾਉਣ ਦਾ ਕੋਈ ਜਾਇਜ਼ ਆਧਾਰ ਨਹੀਂ ਹੈ। ਬ੍ਰਿਟਿਸ਼ ਪੁਲਿਸ ਨੇ ਨਾਮੀ ਕਾਮੇਡੀਅਨ ਰਸਲ ਬ੍ਰਾਂਡ ਬਾਰੇ ਖਬਰਾਂ ਦੀਆਂ ਰਿਪੋਰਟਾਂ ਤੋਂ ਸ਼ੁਰੂ ਹੋਈ ਜਿਨਸੀ ਅਪਰਾਧ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲੰਡਨ ਦੀ ਮੈਟਰੋਪੋਲੀਟਨ ਪੁਲਿਸ ਫੋਰਸ ਨੇ ਕਿਹਾ ਕਿ ਇੱਕ ਟੈਲੀਵਿਜ਼ਨ ਦਸਤਾਵੇਜ਼ੀ ਅਤੇ ਅਖਬਾਰ ਦੀ ਜਾਂਚ ਤੋਂ ਬਾਅਦ ਪੁਲਿਸ ਨੂੰ ਰਸਲ ਬ੍ਰਾਂਡ ਖਿਲਾਫ ਜਿਨਸੀ ਅਪਰਾਧਾਂ ਦੇ ਕਈ ਦੋਸ਼ ਮਿਲੇ ਹਨ, ਪਰ ਮਾਮਲੇ 'ਚ ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। ਹਾਲਾਂਕਿ ਇਸ ਮਾਮਲੇ 'ਚ ਰਸਲ ਬ੍ਰਾਂਡ ਨੇ ਇੱਕ ਚੈਨਲ, ਟੈਲੀਵਿਜ਼ਨ ਦਸਤਾਵੇਜ਼ੀ ਅਤੇ ਦ ਟਾਈਮਸ ਐਂਡ ਸੰਡੇ ਟਾਈਮਸ ਅਖਬਾਰਾਂ ਵਿੱਚ 4 ਔਰਤਾਂ ਦੁਆਰਾ ਕੀਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਜਾਣਕਾਰੀ ਮੁਤਾਬਕ ਦੋਸ਼ ਲਗਾਉਣ ਵਾਲਿਆਂ ਵਿੱਚ ਜਿਨ੍ਹਾਂ ਦਾ ਨਾਮ ਨਹੀਂ ਲਿਆ ਗਿਆ ਹੈ, ਪਰ ਉਹਨਾਂ ਚੋਂ ਇੱਕ ਔਰਤ ਨੇ ਕਿਹਾ ਕਿ ਜਦੋਂ ਉਹ 16 ਸਾਲ ਦੀ ਸੀ ਤਾਂ ਉਸ ਦੇ ਨਾਲ ਇੱਕ ਰਿਸ਼ਤੇ ਦੌਰਾਨ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਇੱਕ ਹੋਰ ਔਰਤ ਦਾ ਕਹਿਣਾ ਹੈ ਕਿ ਬ੍ਰਾਂਡ ਨੇ 2012 ਵਿੱਚ ਲਾਸ ਐਂਜਲਸ ਵਿੱਚ ਉਸ ਨਾਲ ਬਲਾਤਕਾਰ ਕੀਤਾ ਸੀ। ਪੁਲਿਸ ਬਲ ਨੇ ਆਪਣੇ ਬਿਆਨ ਵਿੱਚ ਬ੍ਰਾਂਡ ਦਾ ਨਾਮ ਨਹੀਂ ਲਿਆ, ਪਰ ਹਾਲ ਹੀ ਦੇ ਰਿਪੋਰਟਾਂ ਅਤੇ ਦਸਤਾਵੇਜ਼ ਦਾ ਹਵਾਲਾ ਦਿੱਤਾ। ਪੁਲਿਸ ਨੇ ਕਿਹਾ ਕਿ ਜਾਸੂਸ ਲੰਡਨ ਅਤੇ ਹੋਰ ਥਾਵਾਂ ਤੇ ਗੈਰ ਹਾਲੀਆ ਜਿਨਸੀ ਅਪਰਾਧਾਂ ਦੇ ਦੋਸ਼ਾਂ ਦੀ ਜਾਂਚ ਕਰ ਰਹੇ ਸਨ। ਜਾਂਚ ਦੀ ਅਗਵਾਈ ਕਰ ਰਹੇ ਮੈਟ ਸਪੈਸ਼ਲਿਸਟ ਕ੍ਰਾਈਮ ਕਮਾਂਡ ਦੇ ਡਿਟੈਕਟਿਵ ਸੁਪਰਡੈਂਟੈਂਟ ਐਂਟੀ ਫਰਬੀ ਨੇ ਕਿਹਾ ਕਿ ਅਸੀਂ ਹਰ ਉਸ ਇਨਸਾਨ ਨੂੰ ਉਤਸ਼ਾਹਿਤ ਕਰਦੇ ਹਾਂ ਜੋ ਵਿਸ਼ਵਾਸ ਕਰਦਾ ਹੈ ਕਿ ਉਹ ਜਿਨਸੀ ਅਪਰਾਧ ਦਾ ਸ਼ਿਕਾਰ ਹੋ ਸਕਦਾ ਹੈ, ਭਾਵੇਂ ਇਹ ਕਿੰਨਾ ਸਮਾਂ ਪਹਿਲਾਂ ਹੋਵੇ। ਸਾਡੇ ਨਾਲ ਸੰਪਰਕ ਜ਼ਰੂਰ ਕੀਤਾ ਜਾਵੇ। ਰਸਲ ਬ੍ਰਾਂਡ ਬ੍ਰਿਟਿਸ਼ ਟੈਲੀਵਿਜ਼ਨ ਦਾ ਇੱਕ ਸਾਬਕਾ ਸਿਤਾਰਾ ਹੈ ਜੋ ਕਈ ਹਾਲੀਵੁੱਡ ਫਿਲਮਾਂ ਵਿੱਚ ਵੀ ਦਿਖਾਈ ਦਿੱਤਾ। ਬ੍ਰਾਂਡ ਮੁੱਖ ਧਾਰਾ ਮੀਡੀਆ ਤੋਂ ਬਹੁਤ ਹੱਦ ਤੱਕ ਗਾਇਬ ਹੋ ਗਿਆ ਹੈ, ਪਰ ਆਪਣੇ ਕਾਮੇਡੀ ਦੇ ਨਾਲ ਆਪਣੀ ਤੰਦਰੁਸਤੀ ਅਤੇ ਪੈਸਾ ਕਮਾਉਣ ਦੇ ਸਿਧਾਂਤਾਂ ਨੂੰ ਮਿਲਾਉਣ ਵਾਲੇ ਵੀਡੀਓਜ਼ ਦੇ ਨਾਲ ਇੱਕ ਵੱਡੀ ਆਨਲਾਈਨ ਪ੍ਰਾਪਤੀ ਹਾਸਲ ਕੀਤੀ ਹੈ। ਪਿਛਲੇ ਹਫ਼ਤੇ YouTube ਨੇ ਕਿਹਾ ਕਿ ਬ੍ਰਾਂਡ ਖਿਲਾਫ ਗੰਭੀਰ ਦੋਸ਼ਾਂ ਨੂੰ ਦੇਖਦੇ ਹੋਏ ਉਹ ਬ੍ਰਾਂਡ ਨੂੰ ਸਟ੍ਰੀਮਿੰਗ ਸਾਈਟ ਤੋਂ ਪੈਸਾ ਕਮਾਉਣ ਤੋਂ ਰੋਕ ਦੇਵੇਗਾ, ਜਿੱਥੇ ਉਸਦੇ 6.6 ਮਿਲੀਅਨ ਫੈਨਸ ਮੌਜੂਦ ਹਨ।
ਅੱਜ ਦੀਆਂ ਖਬਰਾਂ ਦੇ ਵਿੱਚ ਇੰਨਾ ਹੀ। ਮੁੜ ਤੋਂ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ। ਤੁਸੀਂ ਵੇਖਦੇ ਰਹੋ BTV, ਬੀ ਪੋਜ਼ਿਟਿਵ, ਬੀ ਯੋਰਸੈਲਫ।